एक शब्द हो रहा है जी, नैनो नीर बहे तन खीना पए केस दुदवानी। सवाल अगे की है, बस पंक्ति लिखी है। सारा शब्द दसो जी। ਅਸੀਂ ਜਦੋਂ ਬਾਈ ਚਾਂਸ ਇਹ ਸ਼ਬਦ ਪਬਲਿਕ ਵਿੱਚ ਕੀਤਾ ਸੀ ਤਾਂ ਅਸੀਂ ਇਸ ਨੂੰ ਸਮਝਿਆ ਸੀ ਕਿ ਸਤਿਗੁਰ ਦੀ ਮੱਤ ਲੈ ਕੇ ਵਿਕਾਰਾਂ ਤੋਂ ਛੁੱਟ ਜਾਈਦਾ ਹੈ ਤਾਂ ਤ੍ਰਿਸ਼ਨਾ ਦੇ ਜਲ ਤੋਂ ਛੁੱਟ ਕੇ ਸੰਤੋਖ ਰੂਪੀ ਜਲ ਪ੍ਰਾਪਤ ਹੁੰਦਾ ਹੈ। ਨੈਨੋ ਨੀਰ ਬਹਿ ਤਨ ਖੀਨਾ, ਤਨ ਖੀਣ ਹੋ ਜਾਂਦਾ ਹੈ। ਭਾਵ ਇਹ ਬੁਢਾਪੇ ਬਾਰੇ ਸ਼ਬਦ ਨਹੀਂ ਹੈ ਔਰ ਤਨ ਮੰਦੇ ਖਿਆਲਾਂ ਵਾਲੇ ਪਾਸੇ ਜਾਣ ਤੋਂ ਖੀਣ ਹੋ ਜਾਂਦਾ ਹੈ। ਭਏ ਕੇਸ ਦੁਧਵਾਨੀ ਦਾ ਮਤਲਬ ਚਿੱਟੇ ਕੇਸ ਨਹੀਂ ਹੈ। ਭਏ ਕੇਸ ਦੁਧਵਾਨੀ ਦਾ ਮਤਲਬ ਹੈ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ। ਭੂਰ ਦਾ ਮਤਲਬ ਵੀ ਭੂਰੀ ਨਹੀਂ ਹੈ। ਵਿਜ਼ਡਮ ਪ੍ਰਾਪਤ ਹੋਣਾ, ਚੰਗੇ ਗੁਣ ਪ੍ਰਾਪਤ ਹੋਣਾ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ। ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ, ਮੇਰੀ ਹੁਣ ਜ਼ੁਬਾਨ ਭੈੜੇ ਬੋਲ ਨਹੀਂ ਬੋਲਦੀ ਹੈ। ਜਦੋਂ ਇਹ ਵਾਲੀ ਅਵਸਥਾ ਬਣਦੀ ਜਾਂਦੀ ਹੈ ਤਾਂ ਉਸ ਵੇਲੇ ਇਸ ਅਵਸਥਾ ਵਾਲੇ ਪਾਸੇ ਪੈਣ ਵਾਸਤੇ ਰਿਕੁਐਸਟ ਕੀਤੀ ਜਾ ਰਹੀ ਹੈ। ਜਿਹੜੇ ਜਿਹੜੇ ਅੰਗ ਸੁਰਤ ਮਜ਼ਬੂਤ, ਜਿਹੜੇ ਜਿਹੜੇ ਰੋਮ, ਜਿਹੜਾ ਮੇਰਾ ਥਾਟ ਪ੍ਰੋਸੈਸ ਹੈ ਉਸ ਨੂੰ ਅਸੀਂ ਇਹਦੇ ਵਿੱਚ ਪ੍ਰਤੀਕ ਲੈ ਕੇ ਚੱਲਾਂਗੇ ਕਿ ਉਹ ਸਾਰੇ ਵੀ ਹੁਣ ਇਸ ਪਾਸੇ ਚੱਲਣ ਵਾਸਤੇ ਮਜਬੂਰ ਹੋ ਗਏ ਨੇ। ਅਬ ਕਿਆ ਕਰੇ ਪ੍ਰਾਣੀ। ਰਾਮ ਰਾਏ ਹੋਏ ਬੈਦ ਬਨਵਾਰੀ। ਮੇਰੇ ਸਤਿਗੁਰੂ ਜੀ, ਆਪ ਜੀ ਇਸ ਅਵਸਥਾ ਦੇ ਮਾਲਕ ਹੋ ਜਿਨ੍ਹਾਂ ਨੇ ਮੈਨੂੰ ਸੁਮਤ ਬਖਸ਼ੀ। ਆਪਣੇ ਸੰਤੈ ਲਿਓ ਬਾਰੀ। ਸੰਤੈ, ਜੇ ਅਸੀਂ ਸੰਤੈ ਦੇ ਅਰਥ ਕਰਾਂਗੇ ਕਿ ਉਹ ਸੰਤ ਮੈਂ ਹਾਂ ਤਾਂ ਗੜਬੜ ਹੋ ਜਾਏਗੀ। ਆਪਣੇ ਸੰਤੈ ਲਿਓ ਬਾਰੀ ਮੀਨਸ ਰੱਬ ਜੀ ਦਾ ਬਿਰਧ ਬਾਣਾ ਹੈ, ਰੱਬ ਜੀ ਦਾ ਇਹ ਕੁਆਲਿਟੀ ਹੈ ਕਿ ਰੱਬ ਜੀ ਹਮੇਸ਼ਾ ਚੰਗੇ ਗੁਣਾਂ ਦੀ ਮੱਤ ਦਿੰਦੇ ਨੇ। ਚੰਗੇ ਗੁਣਾਂ ਨੂੰ ਸੰਤ ਕਹਿੰਦੇ ਨੇ ਔਰ ਚੰਗੇ ਗੁਣਾਂ ਦੇ ਨਾਲ ਸਾਨੂੰ ਭਵਜਲ ਤਰਨਾ ਆ ਹੀ ਜਾਂਦਾ ਹੈ। ਇਹ ਵਾਲੀ ਮੇਰੀ ਅਵਸਥਾ ਆਪ ਜੀ ਦੇ ਚੰਗੇ ਗੁਣਾਂ ਦੇ ਕਾਰਨ ਬਣੀ ਆ। ਮਾਥੇ ਪੀਰ ਸਰੀਰ ਜਲਨ ਹੈ, ਕਰ ਕਰੇ ਜੇ ਮਾਈ। ਇਹ ਰੱਬੀ ਇੱਕ ਮਿਕਤਾ ਦੀ ਅਵਸਥਾ। ऐसी वेदन उपज खरी पई, मेरे अंदर ऐसी वेदना पैदा हो गई है। वाका औखद नाई। हुण ਉਹ ਮੈਂ ਜਮਾ ਵਾਲੀ ਮੱਤ ਦੇ ਉੱਤੇ ਟੁਰ ਕੇ ਉਸ ਦਾ ਇਲਾਜ ਨਹੀਂ ਕਰ ਸਕਦਾ ਸੀ। ਇਸ ਕਰਕੇ ਮੈਨੂੰ ਤੁਸੀਂ ਇਹ ਵਾਲੀ ਸੁਮਤ ਬਖਸ਼ੀ ਹੈ ਕਿ ਮੈਂ ਸਿੱਧੇ ਪਾਸੇ ਤੁਹਾਡੀ ਮੱਤ ਲੈ ਕੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਮੇਰਾ ਥਾਟ ਪ੍ਰੋਸੈਸ ਸਾਰਾ ਤੁਸੀਂ ਉਹ ਵਾਲਾ ਬਣਾਇਆ। ਗੁਰੂ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੁਖ ਦੁਆਰਾ। ਤੁਹਾਡੀ ਕਿਰਪਾ ਨਾਲ ਮੈਨੂੰ ਉਹ ਮੁਕਤ ਦਾ ਦੁਆਰਾ ਪ੍ਰਾਪਤ ਹੋਇਆ ਔਰ ਮੈਂ ਸਿੱਧ ਪਾਸੇ ਪੈ ਸਕਿਆ। ਇਸ ਤਰੀਕੇ ਨਾਲ ਪੋਜ਼ਿਟਿਵ ਸੈਂਸ ਦਾ ਸ਼ਬਦ ਹੈ। ਮੈਂ ਗ੍ਰਾਮੈਟਿਕਲੀ ਔਰ ਉਸ ਤਰੀਕੇ ਨਾਲ ਡਿਟੇਲ ਵਿੱਚ ਇੱਥੇ ਜੇ ਕੁਝ ਤੁਹਾਨੂੰ ਠੀਕ ਨਾ ਲੱਗਾ ਹੋਏ ਤਾਂ ਮੈਨੂੰ ਖਿਮਾ ਕਰਨਾ, ਪਰ ਸਾਰੇ ਸ਼ਬਦ 'ਚੋਂ ਅਸੀਂ ਪੋਜ਼ਿਟਿਵ ਪੱਖ ਲੱਭਣਾ ਹੈ। ਸਰੀਰਕ ਤੌਰ 'ਤੇ ਬੁਢਾਪੇ ਦਾ ਇਹ ਸ਼ਬਦ ਨਹੀਂ ਹੈ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਪੁੱਛ ਰਹੇ ਨੇ ਸ਼ਬਦ ਵਿੱਚ ਆਏ ਸ਼ਬਦ ਦਰਿਆਵੇ ਬਗਲਾ ਬਾਜ ਤੋਂ ਕੀ ਭਾਵ ਹੈ? ਅਸੀਂ ਗੁਰਦਰਿਆਓ ਵਿੱਚ ਰਹਿੰਦੇ ਹਾਂ ਔਰ ਗੁਰਦਰਿਆਓ ਸਾਡੇ ਨੇੜੇ ਅਵੇਲੇਬਲ ਹੈ। ਚਾਰੋਂ ਪਾਸੇ ਗੁਰਪ੍ਰਸਾਦ ਦੀ ਬਾਰਿਸ਼ ਹੋ ਰਹੀ ਹੈ, ਪਰ ਡਿਪੈਂਡ ਕਰਦਾ ਹੈ ਕਿ ਮੇਰੇ ਅੰਦਰ ਦੋਨੋਂ ਕੁਆਲਿਟੀਜ਼ ਹਨ, ਬਗਲਾ ਬਿਰਤੀ ਵੀ, ਹੰਸ ਬਿਰਤੀ ਵੀ। ਜਦੋਂ ਮੈਂ ਸਤਿਗੁਰ ਦੀ ਮੱਤ ਲੈ ਕੇ ਚੰਗੇ ਗੁਣਾਂ ਨੂੰ ਧਾਰਨ ਕਰਦਾ ਤਾਂ ਮੇਰੀ ਹੰਸ ਬਿਰਤੀ ਕੰਮ ਕਰਦੀ ਹੈ। ਹੰਸਾ ਹੀਰਾ ਮੋਤੀ ਚੁਗਣਾ, ਇਹ ਹੰਸਾਂ ਕਾ ਖਾਣਾ। ਪਰ ਜੇ ਮੈਂ ਹਿਪੋਕ੍ਰੇਸੀ ਅੰਦਰ ਰਹਿੰਦਾ ਤਾਂ ਬਗਲਾ ਬਿਰਤੀ ਹੁੰਦੀ ਹੈ। ਬਗਲਾ ਬਿਰਤੀ ਵਿੱਚ ਇਨਸਾਨ ਦੂਜੇ ਦੇ ਸਾਹਮਣੇ ਮਨ ਹੋਰ ਮੁਖ ਹੋਰ ਵਾਲਾ ਜੀਂਦਾ ਹੈ। ਸੋ ਜਦੋਂ ਮੈਂ ਬਗਲਾ ਬਿਰਤੀ ਨਾਲ ਰਹਿੰਦਾ ਹਾਂ ਤਾਂ ਮੈਨੂੰ ਸਤਿਗੁਰ ਦੀ ਮੱਤ ਦੀ ਆਵਾਜ਼ ਪ੍ਰਾਪਤ ਨਹੀਂ ਹੁੰਦੀ ਹੈ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਜੇ ਮੈਂ ਸਤਿਗੁਰ ਦੀ ਮੱਤ ਨੂੰ ਲੈ ਲਵਾਂ, ਕਿਤਨੀ ਅਜੀਬ ਗੱਲ ਹੈ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਬਈ ਕਰੇ ਸੋਣ ਤੇ ਹਰਜਾਨਾ ਮੋਣ ਭਰੇ, ਇਸ ਤਰ੍ਹਾਂ ਦਾ ਨਹੀਂ ਨਾ ਹੋ ਸਕਦਾ। ਅਸੀਂ ਜਦੋਂ ਅਰਦਾਸਾਂ ਵਿੱਚ ਇਹ ਸ਼ਬਦ ਲੈਣਾ ਸ਼ੁਰੂ ਕਰ ਦਿੱਤਾ ਕਿ ਅਚਾਨਕ ਇੱਕ ਬੰਦਾ ਉਹ ਦੇਖੋ ਜੀ ਖੇਡਾਂ ਖੇਡ ਰਿਹਾ ਸੀ ਔਰ ਇੱਕਦਮ ਰੱਬ ਜੀ ਦੇ ਬਾਜ ਆਏ ਔਰ ਉਹਨੂੰ ਮੌਤ ਕਰਕੇ ਉਹਨੂੰ ਖੋ ਕੇ ਖਿੱਚ ਕੇ ਲੈ ਗਏ। ਕੇਲ ਕਰੇਂਦੇ ਹਾਂ ਅਚਿੰਤੇ ਬਾਜ ਪੇ, ਰੱਬ ਜੀ ਦੇ ਬਾਜ ਪੇ। ਬਾਜ ਦਾ ਮਤਲਬ ਉਹ ਫੈਲਕਨ ਔਰ ਇੱਲਾ ਨਹੀਂ ਹੈ। ਬਾਜ ਦਾ ਮਤਲਬ ਹੈ ਵਾਜਾ, ਸਤਿਗੁਰ ਦੀ ਮੱਤ ਦੀ ਆਵਾਜ਼ ਪੈਣਾ। ਬਗਲਾ ਬਿਰਤੀ ਤੋਂ ਛੁੱਟ ਕੇ ਹੰਸ ਬਿਰਤੀ ਬਣਨਾ
ਔਰ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਅਚਿੰਤ ਜਿਹੜੀ ਮੱਤ, ਜਿਹੜੀ ਆਵਾਜ਼ ਸੁਣ ਕੇ ਮੇਰੀ ਚਿੰਤਾ ਫਿਕਰ ਦੂਰ ਹੁੰਦੀ ਹੈ, ਅਚਿੰਤ ਸੋਏ ਚਿੰਤਾ ਜਾਗ ਚਿੰਤਾ ਵਾਲੀ ਮੱਤ ਜਦੋਂ ਪ੍ਰਾਪਤ ਹੁੰਦੀ ਹੈ, ਅਚਿੰਤ ਦੀ ਆਵਾਜ਼ ਨੂੰ ਸੁਣਨਾ ਔਰ ਉਸ ਪਾਸੇ ਟੁਰਨਾ। ਬਾਜ ਪਏ ਤਿਸ ਰੱਬ ਦੇ, ਰੱਬ ਜੀ ਦੀ ਆਵਾਜ਼ ਨੂੰ ਸੁਣਨਾ, ਉਹਨੂੰ ਗੁਰਮੁਖ ਨਾਦੰ ਗੁਰਮੁਖ ਵੇਦੰ ਕਹਿੰਦੇ ਨੇ। ਗੁਰਮੁਖ ਦੇ ਖੱਖੇ ਨੂੰ ਸਿਆਰੀ ਲੱਗੀ ਹੋਈ ਹੈ। ਅੰਦਰ ਵਸਦੇ ਰੱਬ ਜੀ ਦੀ ਗੱਲ ਨੂੰ ਸੁਣਨਾ ਗੁਰਮੁਖ ਦੀ ਆਵਾਜ਼ ਹੁੰਦੀ ਹੈ ਔਰ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਹੁੰਦੀ ਹੈ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਮੰਦੇ ਖਿਆਲ ਖੇਡਦਾ ਸੀ, ਮੰਦੇ ਖਿਆਲਾਂ ਦਾ ਆਪਣੀ ਜੀਵਨ ਦੀ लीला खेडता रहता सी। बड़ी दुनिया कहती रहती है भगवान ने एक लीला रची हुई है, हमको खिडाता रहता है, हमको नचाता रहता है अपने, और कठपुतलियों की तरह नचाता रहता है। गुरमत नहीं अनुमंदी है। मेरा मन मैनू नचाता है और मेरा मन जिहड़ियां खेडां खेडदा रहिंदा है। सतगुर दी मत, सतगुर दी आवाज़ सुन के, अचिंत दी मत आवाज़ सुन के ਉਹ ਖੇਡਾਂ ਮਨ ਦੇ ਮੰਦੇ ਖਿਆਲਾਂ ਦੀਆਂ ਛੁੱਟ ਜਾਂਦੀਆਂ। ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸੰ ਗਾਲੀ ਰੱਬ ਕੀਆਂ। ਇਹ ਰੱਬ ਜੀ ਦੀਆਂ ਗੱਲਾਂ ਹਨ, ਰੱਬ ਜੀ ਦੇ ਦੇਸ਼ ਦੀਆਂ ਗੱਲਾਂ ਇਹ ਹਨ ਕਿ ਉਹ ਨਿਰਗੁਣਿਆਰਿਆਂ ਨੂੰ ਗੁਣ ਦੇ ਦਿੰਦੇ ਨੇ ਔਰ ਜਿਹੜੇ ਗੁਣ ਧਾਰਨ ਕਰਦੇ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਔਰ ਰੱਬ ਜੀ ਚੰਗੇ ਚੰਗੇ ਗੁਣ ਦੇਈ ਜਾਂਦੇ ਨੇ। ਜੋ ਇਨਸਾਨ ਸਮਝਦਾ ਮੈਨੂੰ ਸਭ ਕੁਝ ਪਤਾ ਲੱਗ ਗਿਆ ਔਰ ਮੈਨੂੰ ਚੰਗੇ ਗੁਣ ਪ੍ਰਾਪਤ ਹੋ ਚੁੱਕੇ ਹੋਏ ਨੇ ਔਰ ਮੈਂ ਬੜਾ ਸ਼ਰੀਫ ਆਦਮੀ ਹਾਂ, ਉਹ ਇਨਸਾਨ ਉੱਥੇ ਸਟੈਗਨੈਂਟ ਹੋ ਜਾਂਦਾ ਹੈ, ਉਹਦੀ ਉਸਾਰੀ ਰੁਕ ਜਾਂਦੀ ਹੈ ਔਰ ਉਹਦੀ ਉਸਾਰੀ ਰੁਕਣ ਦੇ ਕਾਰਨ ਕੀ ਹੁੰਦਾ ਹੈ, ਉਹ ਅਵਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਔਰ ਉਹਦੇ ਉੱਤੇ ਵਾਪਰ ਜਾਂਦੀ ਹੈ ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵਨ, ਕਹਿ ਦੋਖੜਾ ਸੜੇ ਹੋਏ ਕਾਲੀ ਹੋਈ ਆ ਦੇਵਰੀ। ਨਾਨਕ ਮੈਂ ਧੰਨ ਭੰਗ ਜਾਣਾ ਪਾਣੀ ਨਾ ਲਾਓ, ਸੱਚ ਦਾ ਪਾਣੀ ਨਹੀਂ ਲੈਂਦਾ ਔਰ ਉੱਥੇ ਉਹਦੀ ਖੜੋਤ ਆ ਜਾਂਦੀ ਹੈ। ਸੋ ਅਸੀਂ ਸਾਰੀ ਉਮਰ ਨਮਰਤਾ 'ਚ ਰਹਿਣਾ ਹੈ, ਸਾਰੀ ਉਮਰ ਅਸੀਂ ਸਭ ਜਗ੍ਹਾ ਤੋਂ ਸਿੱਖਣਾ ਹੈ ਔਰ ਕਦੀ ਵੀ ਨਹੀਂ ਮੰਨਣਾ ਮੈਨੂੰ ਸਭ ਕੁਝ ਸਮਝ ਆ ਗਿਆ, ਕਦੀ ਵੀ ਨਹੀਂ ਮੰਨਣਾ ਮੈਂ ਬਹੁਤ ਸ਼ਰੀਫ ਹੋ ਗਿਆ ਵਾਂ, ਕਦੀ ਵੀ ਨਹੀਂ ਮੰਨਣਾ ਕਿ ਮੈਨੂੰ ਸਬਰ ਸੰਤੋਖ ਔਰ ਸਾਰੇ ਚੰਗੇ ਚੰਗੇ ਗੁਣ ਪ੍ਰਾਪਤ ਹੋ ਗਏ ਨੇ। ਜਪਜੀ ਸਾਹਿਬ ਦੀ ਵਿਆਖਿਆ ਵਿੱਚ ਅਸੀਂ ਸਮਝਿਆ ਸੀ ਪੰਜ ਪ੍ਰਵਾਨ ਦਾ ਮਤਲਬ 5 ਨਹੀਂ ਹੁੰਦਾ। ਪੰਜ ਪ੍ਰਵਾਨ ਮੀਨਸ ਚੁਣ ਚੁਣ ਕੇ ਬੇਅੰਤ ਚੰਗੇ ਚੰਗੇ ਗੁਣ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਭਾਵੇਂ ਦਰਗਾਮਾਨ। तो ਚੰਗੇ ਚੰਗੇ ਗੁਣਾਂ ਨੂੰ ਪ੍ਰਾਪਤ ਕਰਦੇ ਰਹਿਣਾ ਹੈ, ਵਰਨਾ ਮੇਰੇ ਜੀਵਨ ਵਿੱਚ ਖੜੋਤ ਆ ਜਾਏਗੀ। ਇਹ ਹੋ ਸਕਦਾ ਪ੍ਰੋਗਰਾਮ ਜ਼ਿਆਦਾ ਮਿਲਣਗੇ, ਮੇਰੇ ਜੀਵਨ ਵਿੱਚ ਖੜੋਤ ਆ ਗਈ, ਦੁਨੀਆ ਕਵੇ ਜੀ ਇੱਥੇ ਕਰੋ ਉੱਥੇ ਕਰੋ ਉੱਥੇ ਕਰੋ ਉੱਥੇ ਕਰੋ, ਮੈਂ ਦਿਨ ਰਾਤ प्रोग्राम ਤੇ करता रहा, पर आप मेरा सबर संतोख सारा लुटिया जाए। आवरण को उपदेश दे मुख में पर है रेत, रास बिना नहीं राखते खाया घर का खेत, अपना दे खेत में उजाड़ ही बैठा। सो मनु यह सीखना है कि मैं रब्बी गुण हमेशा लैंदे रहने ने। ये रब जी की वडियाई है कि वो हमेशा देंदे ही रहंदे ने। जो मन चित न चेते सन सो गाली रब की, रब जी दियां गल्लां हन। और जदों ये वाला गुण सीख लैंदे आ तां इसका अगला श्लोक बड़े काम दा, इस करके ਉਹਦੀ मैं बड़ी चढ़दी कला दी ट्यून बनाई सी कि वो भी शरीरक डैथ दा नहीं है, ਉਹ ਵੀ ਨਿਜ ਘਰ ਦੇ ਅੰਦਰ ਜਾ ਕੇ ਰੱਬ ਜੀ ਦੇ ਦਰ 'ਤੇ ਰੱਬੀ ਇਕਮਿਕਤਾ ਪ੍ਰਾਪਤ ਕਰਨ ਦਾ ਔਰ ਉਸ ਦੀ ਚੜ੍ਹਦੀ ਕਲਾ ਦੀ ਟਿਊਨ ਬਣਾਉਣ ਵਾਸਤੇ ਜਦੋਂ ਉਸ ਦਾ ਅਰਥ ਸਮਝ ਆਇਆ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਵੇਂ ਕੰਮ। ਦਰਗਾਹ ਅੰਦਰ ਹੈ, ਅਸੀਂ ਸਮਝ ਰਹੇ ਹਾਂ ਬੰਦਾ ਮਰ ਗਿਆ, ਨੂੰ 4 ਬੰਦੇ ਲਾਸ਼ ਨੂੰ ਲਿਜਾ ਰਹੇ ਨੇ, ਉਹਦੇ ਬਾਰੇ ਨਹੀਂ ਹੈ। ਉਹ ਚੜ੍ਹਦੀ ਕਲਾ ਦਾ ਇਕਮਿਕਤਾ ਦਾ ਸ਼ਬਦ ਹੈ। ਚੜ੍ਹਦੀ ਕਲਾ ਦਾ ਇਕਮਿਕਤਾ ਦਾ ਸ਼ਬਦ ਕਦੋਂ ਸਮਝ ਆਇਆ? ਜਦੋਂ ਮੈਂ ਆਪਣੀ ਬਗਲਾ ਭਗਤੀ ਛੱਡੀ ਔਰ ਬਗਲਾ ਭਗਤੀ ਤੋਂ ਹੰਸ ਬਿਰਤੀ ਬਣਿਆ। ਹੰਸ ਬਿਰਤੀ ਬਣਾਉਣੇ 'ਚ ਹੰਸਾਂ ਵੀ ਹੀਰਾ ਮੋਤੀ ਚੁਗਣਾ, ਚੰਗੇ ਚੰਗੇ ਗੁਣ ਹਮੇਸ਼ਾ ਚੁਗਣੇ ਨੇ। ਜਿੱਥੋਂ ਚੰਗੀ ਮੱਤ ਮਿਲੇ ਉਹ ਲੈਣੀ ਹੈ, ਉਸ ਨੂੰ ਆਪਣੇ ਸੁਭਾਅ 'ਚ ਪਾਉਣਾ, ਆਪਣਾ ਸੁਭਾਅ, ਆਪਣਾ ਯੁੱਗ, ਆਪਣਾ ਜੱਗ ਨਵਾਂ ਕ੍ਰੀਏਟ ਕਰਦੇ ਰਹਿਣਾ ਹੈ। ਇਹ ਸਾਰਾ ਉਹਦੀ ਪ੍ਰਥਾ ਹੈ। नेक्स्ट पंक्ति है, झूठा मंगन जे कोई मांगे तिसको मरते कड़ी ना लागे। झूठा मंगन की है जिसनों मंगन सार ही कड़ी विच मौत हो जाती है। हाँ, मंदा चितवना, मंदा ख्याल मंगना, जमा वाली बिरती मंगना, फलाने का मैं बिगाड़ करना, मनु ताकत दिओ, तो फिर तो मैं आत्मक तौर पर उस वेले मर गया ना। ਜਦੋਂ ਅਸੀਂ ਦੁਨਿਆਵੀ ਪਾਤਸ਼ਾਹੀ ਮੰਗਦੇ ਹਾਂ ਤਾਂ ਅਸੀਂ ਦੁਨਿਆਵੀ ਪਾਤਸ਼ਾਹੀ ਮੰਗਣ ਵੇਲੇ ਸ਼ਬਦਾਂ ਨੂੰ ਦੇਖਾਂਗੇ ਜਿਸ ਤਰ੍ਹਾਂ ਅਸੀਂ ਪਿੱਛੇ ਜਪਜੀ ਸਾਹਿਬ ਦੀ ਵਿਚਾਰ ਵਿੱਚ ਸਮਝ ਰਹੇ ਸੀ, ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਨਾਨਕ ਰਹਿਣ ਜਾਈ। ਤਾਂ ਪਾਤਸ਼ਾਹ ਔਰ ਬਾਦਸ਼ਾਹ ਵਿੱਚ ਫਰਕ ਹੈ। ਪਾਤਸ਼ਾਹ ਮੀਨਸ ਪੱਤ ਜਿਸ ਦੇ ਨਾਲ ਰੱਖੀ ਜਾਂਦੀ ਹੈ, ਉਹ ਵਾਲੀ ਪਾਤਸ਼ਾਹੀ ਪ੍ਰਾਪਤ ਕਰਨੀ, ਪਰ ਬਾਦਸ਼ਾਹ
ਬਾਅਦ ਹੁੰਦਾ ਝਗੜਾ, ਝਗੜੇ ਵਾਲੇ ਮਨ ਦੇ ਖਿਆਲ। ਸੋ ਮੈਨੂੰ ਕਿਹੜੇ ਵਾਲੀ ਮੰਗ ਮੰਗਣੀ ਹੈ, ਪਾਤਸ਼ਾਹ ਬਣਨਾ ਕਿ ਬਾਦਸ਼ਾਹ ਬਣਨਾ ਹੈ? ਦੁਨੀਆ ਜਿਹਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਮੰਗਦੀ ਹੈ, ਉਹ ਸਮਝ ਰਹੀ ਹੁੰਦੀ ਹੈ ਕਿ 12ਵੀਆਂ ਪਾਤਸ਼ਾਹੀਆਂ ਮਿਲਣਗੀਆਂ। 12ਵੀਆਂ ਪਾਤਸ਼ਾਹੀਆਂ ਤੇ ਬਾਦਸ਼ਾਹ ਵਾਲੀ ਗੱਲ ਹੁੰਦੀ ਹੈ। ਅੰਦਰ ਦੀ ਪਾਤਸ਼ਾਹੀ, ਅੰਦਰ ਦਾ ਨੇਚਰ ਰਾਜ, ਅੰਦਰ ਦਾ ਸਤਜੁਗ ਪ੍ਰਾਪਤ ਕਰਨ ਦੀ ਮੰਗ ਮੰਗੀ ਜਾਏ ਤਾਂ ਮੇਰੀ ਆਤਮਿਕ ਮੌਤ ਨਹੀਂ ਹੁੰਦੀ ਹੈ। ਵਰਨਾ ਜਿਉਂ ਹੀ ਮੈਂ ਮੰਗਦਾ ਦੂਜਾ ਭਾਵ ਵਾਲੀ ਮੱਤ ਤਾਂ ਆਤਮਿਕ ਮੌਤ ਹੁੰਦੀ ਹੈ, ਇੱਕਦਮ ਮਰ ਜਾਂਦੇ ਆ। ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜਿਉ ਮੇਰਾ, ਉਸੇ ਵੇਲੇ ਹੀ ਮਰ ਜਾਂਦੇ ਆ। ਜੇ ਮੈਂ ਬਾਹਰੋਂ ਬਨਾਵਟੀਆਂ ਗੱਲਾਂ ਕਰਦਾ ਹਾਂ ਔਰ ਬਾਹਰੋਂ ਮੋਮੋ ਠਗੜਾ ਬਣ ਕੇ ਬੜਾ ਆਪਣੇ ਆਪ ਨੂੰ ਧਰਮੀ ਸਮਝਦਾ ਹਾਂ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਜ ਸੁੰਦਰ ਕੁਲੀਨ ਚਿੱਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਤਾਂ ਉਸੇ ਵੇਲੇ ਡੈਥ ਹੋ ਜਾਂਦੀ ਹੈ। ਗੱਲਾਂ ਉੱਪਰ ਤਪਾਵਸ ਨਾ ਹੋ, ਵਿਸ ਖਾਦੀ ਤਤਕਾਲ ਮਰ ਜਾਏ। ਸੋ ਉਸੇ ਵੇਲੇ ਜਿਤਨਾ ਮਰਜ਼ੀ ਅਸੀਂ ਬਾਹਰੋਂ ਇਹ ਧਰਮੀ ਗੱਲਾਂ ਕਰੀਏ, ਬੜੀ ਸਾਨੂੰ ਗ੍ਰਾਮਰ ਪਤਾ ਹੋਵੇ, ਬੜੇ ਸਾਨੂੰ ਲਫ਼ਜ਼ੀ ਲੈਕਚਰ ਪਤਾ ਆਉਂਦੇ ਹੋਣ, ਬੜਾ ਸਾਨੂੰ ਦੁਨੀਆ ਨੂੰ ਉਚਾਰਨਾ ਆਉਂਦਾ ਹੋਵੇ, ਪਰ ਮੇਰੀ ਆਤਮਿਕ ਮੌਤ ਜਿਹਦੇ ਨਾਲ ਹੁੰਦੀ ਹੈ ਉਹਦੇ ਬਾਰੇ ਮੈਂ ਖਿਆਲ ਨਹੀਂ ਕਰਦਾ। ਅਤੇ ਮੈਂ ਕਿਹੜੀਆਂ ਮੰਗਾਂ ਮੰਗਦਾ ਹਾਂ, ਪਾਤਸ਼ਾਹ ਵਾਲੀਆਂ ਕਿ ਬਾਦਸ਼ਾਹ ਵਾਲੀਆਂ? ਸੋ ਮੈਨੂੰ ਸਤਿਗੁਰ ਦੇ ਪਾਤਸ਼ਾਹ ਦੇ ਖਜ਼ਾਨੇ ਨਾਲ ਰਲਣਾ ਹੈ ਅਤੇ ਮੇਰੀ ਪੱਤ ਰਹਿ ਜਾਏ ਜਿਹਦੇ ਨਾਲ ਉਹ ਵਾਲੀ ਮੱਤ ਮੰਗਣੀ ਚਾਹੀਦੀ ਹੈ ਨਾ। ਸੋ ਝੂਠਾ ਮੰਗਣ, ਬਾਦਸ਼ਾਹ ਵਾਲੀ ਮੱਤ।